ਹੈਲੋ ਡੀਅਰ ਸਟੂਡੈਂਟਸ, ਅੱਜ ਆਪਾਂ ਰਾਜੇ +1 ਕਲਾਸ ਫਿਜ਼ਿਕਸ ਦਾ ਨਾ ਫਸਟ ਚੈਪਟਰ ਸਟਾਰਟ ਕਰਾਂਗੇ, ਡੈਟ ਇਜ਼ ਸਿਸਟਮ ਆਫ ਯੂਨਿਟਸ। ਠੀਕ ਹੈ, ਔਰ ਜਿਹੜੇ ਟੌਪਿਕ ਨੇਗੇ ਆਪਣੇ CBSE ਅਤੇ PSEB ਦੇ ਨਾ ਲੇਟੈਸਟ ਸਿਲੇਬਸ ਦੇ ਅਕੋਰਡਿੰਗ ਹੋਣਗੇ। ਠੀਕ ਹੈ, ਫਸਟ ਟੌਪਿਕ ਹੈ ਰਾਜੇ ਸਿਸਟਮ ਆਫ ਯੂਨਿਟਸ। ਦੇਖੋ, ਆਪਾਂ ਕਿਸੇ ਵੀ ਅਗਰ ਫਿਜ਼ੀਕਲ ਕੁਆਂਟਿਟੀ ਨੂੰ ਰਿਪਰੈਜ਼ੈਂਟ ਕਰਨਾ ਤਾਂ ਉਸਦੇ ਨਾਲ ਜਿਹੜੀ ਯੂਨਿਟ ਹੈ ਉਸਦੀ ਇੱਕ ਬਹੁਤ ਹੀ ਵਿਟਲ ਰੋਲ ਪਲੇ ਕਰਦੀ ਹੈ। ਠੀਕ ਹੈ ਨਾ, ਅਗਰ ਆਪਾਂ ਸਿਰਫ ਇੱਕ ਨੂਮੈਰੀਕਲ ਵੈਲਿਊ ਯੂਜ਼ ਕਰੀਏ ਤਾਂ ਉਹਦਾ ਕੋਈ ਮੀਨਿੰਗ ਨਹੀਂ ਰਹਿ ਜਾਂਦਾ। ਠੀਕ ਹੈ ਨਾ, ਜਿਵੇਂ ਇੱਕ ਐਗਜ਼ਾਮਪਲ ਦੇ ਨਾਲ ਸਮਝਦੇ ਹਾਂ ਇਸ ਚੀਜ਼ ਨੂੰ ਕਿ ਤੁਸੀਂ ਨਾ ਮੰਨ ਲਓ ਕਲੋਥ ਪਰਚੇਸ ਕਰਨ ਗਏ ਹੋ ਸ਼ੌਪ ਤੋਂ, ਤਾਂ ਤੁਸੀਂ ਜਾ ਕੇ ਸਿਰਫ ਨੂਮੈਰੀਕਲ ਵੈਲਿਊ ਬੋਲੋ ਕਿ ਸਾਨੂੰ 10 ਚਾਹੀਦਾ, 11 ਚਾਹੀਦਾ। ਠੀਕ ਹੈ ਨਾ, ਦੈਨ ਉਹਦਾ ਕੋਈ ਮੀਨਿੰਗ ਨਹੀਂ ਗਾ ਜਿੰਨਾ ਟਾਈਮ ਤੱਕ ਤੁਸੀਂ ਉਸਦੀ ਨਾਲ ਯੂਨਿਟ ਹੈ ਜੋ ਜੀ ਰਿਪਰੈਜ਼ੈਂਟ ਨਹੀਂ ਕਰਦੇ ਹੈਗੇ। ਠੀਕ ਹੈ ਨਾ, ਸੋ ਜਿਵੇਂ ਹੁਣ ਮੰਨ ਲਓ ਵੀ ਫਰੂਟਸ ਪਰਚੇਸ ਕਰਨ ਗਏ ਤਾਂ ਮਤਲਬ ਉੱਥੇ ਵੀ ਤੁਹਾਨੂੰ ਕੁਆਂਟਿਟੀ ਹੈ ਜਿਹੜੀ ਲੈਣੀ ਹੈ ਉਸਦੀ ਯੂਨਿਟ ਦੱਸਣੀ ਪਏਗੀ ਕਿ ਕੇਜੀ ਚਾਹੀਦੇ ਨੇ, ਕਿੰਨੇ ਮਤਲਬ ਤੁਹਾਨੂੰ ਗ੍ਰਾਮ ਚਾਹੀਦੇ ਨੇ। ਠੀਕ ਹੈ ਨਾ, ਤਾਂ ਇੱਕ ਜੋ ਯੂਨਿਟਸ ਨੇ ਨਾ ਫਿਜ਼ਿਕਸ ਦੇ ਵਿੱਚ ਆਪਣਾ ਬਹੁਤ ਹੀ ਮੇਜਰ ਰੋਲ ਹੈ ਰਾਜੇ ਉਹ ਪਲੇ ਕਰਦੀਆਂ ਨੇਗੀਆਂ। ਯੂਨਿਟਸ ਤੋਂ ਬਿਨਾਂ ਤਾਂ ਮੀਨਸ ਆਪਾਂ ਕਹਿ ਦਈਏ ਕਿ ਕੋਈ ਕੁਆਂਟਿਟੀ ਹੈ ਰਾਜੇ ਉਹਨੂੰ ਆਪਾਂ ਰਿਪਰੈਜ਼ੈਂਟ ਕਰ ਹੀ ਨਹੀਂ ਸਕਦੇ ਹੈਗੇ। ਠੀਕ ਹੈ, ਐਕਚੁਅਲ ਦੇ ਵਿੱਚ ਜੋ ਫਿਜ਼ਿਕਸ ਹੈ ਇਹ ਸਾਇੰਸ ਦੀ ਅਜਿਹੀ ਬ੍ਰਾਂਚ ਹੈ ਰਾਜੇ ਜਿਹਨੂੰ ਆਪਾਂ ਸਾਇੰਸ ਆਫ ਮੈਜ਼ਰਮੈਂਟ ਹੀ ਕਹਿ ਸਕਦੇ ਹਾਂ। ਮੀਨਸ ਹਰੇਕ ਚੀਜ਼ ਨੂੰ ਆਪਾਂ ਇੱਥੇ ਮੈਜ਼ਰ ਹੀ ਕਰਦੇ ਹਾਂ। ਠੀਕ ਹੈ, ਔਰ ਨੀਡ ਦੇਖੋ ਇਹਦੀ ਕੀ ਹੋਏਗੀ ਮੈਜ਼ਰਮੈਂਟ ਦੀ। ਜਿਵੇਂ ਹੁਣ ਮੰਨ ਲਓ ਕਿਸੇ ਬੋਡੀ ਦੇ ਉੱਪਰ ਕਿੰਨੀ ਫੋਰਸ ਲੱਗ ਰਹੀ ਹੈ ਇਹ ਚੀਜ਼ ਨੂੰ ਫਾਈਂਡ ਕਰਨ ਦੇ ਲਈ। ਠੀਕ ਹੈ, ਸਪੀਡ ਹੈ ਰਾਜੇ ਕਿਸੇ ਬੋਡੀ ਦੀ ਫਾਈਂਡ ਕਰਨ ਦੇ ਲਈ, ਮਾਸ ਫਾਈਂਡ ਕਰਨ ਦੇ ਲਈ, ਜਾਂ ਫਿਰ ਡਿਸਟੈਂਸ ਕਿੰਨੀ ਕਵਰ ਕੀਤੀ ਹੈ ਕਿਸੇ ਬੋਡੀ ਨੇ ਰਾਜੇ। ਠੀਕ ਹੈ ਨਾ, ਤਾਂ ਇਹਦੇ ਲਈ ਆਪਾਂ ਨੂੰ ਉਸਦੀਆਂ ਜਿਹੜੀਆਂ ਯੂਨਿਟ ਨੇ ਰਾਜੇ, ਠੀਕ ਹੈ, ਉਹ ਵੀ ਨਾਲ ਰਿਪਰੈਜ਼ੈਂਟ ਕਰਨੀਆਂ ਪੈਣਗੀਆਂ। ਔਰ ਜਿਹੜੀ ਮੈਜ਼ਰਮੈਂਟ ਹੈ ਕਿਸੇ ਵੀ ਫਿਜ਼ੀਕਲ ਕੁਆਂਟਿਟੀ ਦੀ ਹਰੇਕ ਫੀਲਡ ਦੇ ਵਿੱਚ ਜ਼ਰੂਰੀ ਹੈ। ਠੀਕ ਹੈ, ਹੁਣ ਦੇਖੋ ਯੂਨਿਟ ਆਫ ਮੈਜ਼ਰਮੈਂਟ, ਯੂਨਿਟ ਫॉर ਮੈਜ਼ਰਮੈਂਟ ਰਾਜੇ। ਹੁਣ ਦੇਖੋ ਆਪਾਂ ਕਿਸੇ ਵੀ ਫਿਜ਼ੀਕਲ ਕੁਆਂਟਿਟੀ ਨੂੰ ਮੈਜ਼ਰ ਕਰਨਾ ਅਤੇ ਨਾਲ ਉਸਦੀ ਆਪਾਂ ਯੂਨਿਟ ਵੀ ਰਿਪਰੈਜ਼ੈਂਟ ਕਰਾਂਗੇ। ਉਹਦੀ ਰਿਪਰੈਜ਼ੈਂਟੇਸ਼ਨ ਦੇਖ ਲਓ ਹੁਣ ਕਿਵੇਂ ਹੋਏਗੀ। ਜਿਵੇਂ ਆਪਾਂ ਇੱਕ ਐਗਜ਼ਾਮਪਲ ਕੰਸੀਡਰ ਕਰ ਰਹੇ ਹਾਂ, ਜੋ ਲੈਂਥ ਆਫ ਦੀ ਟੇਬਲ ਹੈ ਰਾਜੇ ਉਹ 3 ਮੀਟਰ ਲਿਖੀ ਹੈ। ਠੀਕ ਹੈ, ਤਾਂ ਮੀਨਸ ਆਪਾਂ ਇਹਨੂੰ ਰਿਪਰੈਜ਼ੈਂਟ ਕਿਵੇਂ ਕਰਦੇ ਹਾਂ ਕਿਸੇ ਵੀ ਫਿਜ਼ੀਕਲ ਕੁਆਂਟਿਟੀ ਨੂੰ, ਤਾਂ ਜੋ ਮੈਜ਼ਰ ਹੈ ਰਾਜੇ ਫਿਜ਼ੀਕਲ ਕੁਆਂਟਿਟੀ ਦਾ ਉਹ ਕਿਸ ਦੇ ਇਕੁਅਲ ਹੋਏਗਾ, ਨੂਮੈਰੀਕਲ ਵੈਲਿਊ ਇਨਟੂ ਸਾਈਜ਼ ਆਫ ਦਾ ਯੂਨਿਟ। ਠੀਕ ਹੈ, ਜਿਵੇਂ x = NU, x ਕੀ ਹੋਗੀ ਇਸ ਦੀ ਲੈਂਥ ਹੋਗੀ। ਠੀਕ ਹੈ, ਜਿਵੇਂ ਆਪਾਂ ਉੱਪਰ ਵਾਲੀ ਐਗਜ਼ਾਮਪਲ ਹੀ ਕੰਸੀਡਰ ਕਰ ਰਹੇ ਹਾਂ ਹੁਣ, NU ਮੀਨਸ n ਨੂਮੈਰੀਕਲ ਵੈਲਿਊ ਕਿੰਨੀ ਹੈ ਇੱਥੇ 3, ਔਰ ਯੂਨਿਟ ਕੀ ਹੈ ਰਾਜੇ ਮੀਟਰ, ਮੀਟਰ ਕੀ ਹੋਗੀ ਇਸ ਦੀ ਯੂਨਿਟ ਹੋਗੀ। ਠੀਕ ਹੈ, ਤਾਂ ਮੀਨਸ ਆਪਾਂ ਕਿਸੇ ਵੀ ਫਿਜ਼ੀਕਲ ਕੁਆਂਟਿਟੀ ਨੂੰ ਅਗਰ ਰਿਪਰੈਜ਼ੈਂਟ ਕਰਨਾ ਹੈ ਨਾ, ਦੈਨ ਆਪਾਂ ਕਿਵੇਂ ਲਿਖਾਂਗੇ, ਫਸਟਲੀ ਉਸਦੀ ਨੂਮੈਰੀਕਲ ਵੈਲਿਊ, ਦੈਨ ਉਸਦੀ ਰਾਜੇ ਯੂਨਿਟ ਲਿਖਾਂਗੇ। ਠੀਕ, ਔਰ ਇਸ ਤੋਂ ਬਾਅਦ ਦੇਖੋ ਰਾਜੇ ਅਗਰ ਆਪਾਂ ਦੋ ਫਿਜ਼ੀਕਲ ਕੁਆਂਟਿਟੀ ਨੂੰ ਕੰਪੇਅਰ ਕਰਾਂਗੇ ਆਪਾਂ ਤਾਂ ਸੇਮ ਯੂਨਿਟਸ ਵਾਲੀਆਂ ਨੂੰ ਹੀ ਕੰਪੇਅਰ ਕਰ ਸਕਦੇ ਹੁੰਦੇ ਹਾਂ। ਅਗਰ ਦੇਖੋ N1 ਰਾਜੇ ਨੂਮੈਰੀਕਲ ਵੈਲਿਊ ਹੈ ਫਿਜ਼ੀਕਲ ਕੁਆਂਟਿਟੀ ਦੀ। ਠੀਕ ਹੈ, ਫਸਟ ਵਾਲੀ ਦੀ ਜਿਸ ਦੀ ਯੂਨਿਟ ਕਿੰਨੀ ਹੈ U1 ਹੈ, ਅਤੇ N2 ਕੀ ਹੈਗੀ ਰਾਜੇ ਨੂਮੈਰੀਕਲ ਵੈਲਿਊ ਹੋਗੀ ਸੈਕਿੰਡ ਕੁਆਂਟਿਟੀ ਦੀ ਜਿਹਦੀ ਯੂਨਿਟ ਕਿੰਨੀ ਹੈ U2। ਦੈਨ ਆਪਾਂ ਇਕੁਏਸ਼ਨ ਅਪਲਾਈ ਕਰ ਸਕਦੇ ਹਾਂ N1 U1 = N2 U2। ਠੀਕ ਹੈ, ਨੈਕਸਟ ਆਪਾਂ ਡਿਸਕਸ ਕਰਦੇ ਹਾਂ ਰਾਜੇ ਅਬਾਊਟ ਦਾ ਟਾਈਪਸ ਆਫ ਯੂਨਿਟਸ। ਦੇਖੋ ਜਿਹੜੀਆਂ ਯੂਨਿਟਸ ਐਂਡ ਟਾਈਪਸ ਨੇ ਉਹ ਦੋ ਤਰ੍ਹਾਂ ਦੀਆਂ ਨੇਗੀਆਂ। ਫਸਟ ਵਨ ਇਜ਼ ਦਾ ਫੰਡਾਮੈਂਟਲ ਯੂਨਿਟ, ਸੈਕਿੰਡ ਵਨ ਇਜ਼ ਦਾ ਡਿਰਾਈਵਡ ਯੂਨਿਟਸ। ਦੇਖੋ ਫੰਡਾਮੈਂਟਲ ਯੂਨਿਟਸ ਜਿਹੜੀਆਂ ਨੇ ਰਾਜੇ ਉਹ ਕਿਹੜੀਆਂ ਹੁੰਦੀਆਂ ਨੇ, ਜਿਨ੍ਹਾਂ ਨੂੰ ਆਪਾਂ ਕਿਸੇ ਹੋਰ ਫਿਜ਼ੀਕਲ ਕੁਆਂਟਿਟੀ ਤੋਂ ਡਰਾਈਵ ਨਹੀਂ ਕਰ ਸਕਦੇ। ਠੀਕ ਹੈ, ਨਾ ਹੀ ਆਪਾਂ ਫਰਦਰ ਕਿਸੇ ਹੋਰ ਫਿਜ਼ੀਕਲ ਕੁਆਂਟਿਟੀ ਦੇ ਵਿੱਚ ਰਾਜੇ ਇਹਨਾਂ ਨੂੰ ਮਤਲਬ ਅੱਗੇ ਰਿਜ਼ੋਲਵ ਕਰ ਸਕਦੇ ਹਾਂ। ਜਿਵੇਂ ਦੇਖੋ ਅਗਰ ਆਪਾਂ ਐਗਜ਼ਾਮਪਲ ਲਈਏ ਮਾਸ, ਲੈਂਥ ਅਤੇ ਟਾਈਮ ਦੀ ਰਾਜੇ। ਮਾਸ ਦੀ ਯੂਨਿਟ ਕੀ ਹੁੰਦੀ ਹੈ ਕਿਲੋਗ੍ਰਾਮ, ਲੈਂਥ ਦੀ ਯੂਨਿਟ ਕੀ ਹੁੰਦੀ ਹੈ ਮੀਟਰ, ਔਰ ਟਾਈਮ ਦੀ ਕੀ ਹੁੰਦੀ ਹੈ ਸੈਕਿੰਡਸ ਰਾਜੇ। ਹੁਣ ਜੋ ਕਿਲੋਗ੍ਰਾਮ ਯੂਨਿਟ ਹੈ ਆਪਾਂ ਇਹ ਕਿਸੇ ਹੋਰ ਫਿਜ਼ੀਕਲ ਕੁਆਂਟਿਟੀ ਤੋਂ ਡਰਾਈਵ ਨਹੀਂ ਕਰ ਸਕਦੇ ਹੈਗੇ। ਮੀਟਰ, ਸੈਕਿੰਡ ਸਿਮਿਲਰਲੀ ਰਾਜੇ ਇਹ ਵੀ ਆਪਾਂ ਕਿਸੇ ਹੋਰ ਫਿਜ਼ੀਕਲ ਕੁਆਂਟਿਟੀ ਤੋਂ ਡਰਾਈਵ ਨਹੀਂ ਕਰ ਸਕਦੇ ਹੈਗੇ। ਠੀਕ ਹੈ ਨਾ, ਇਹਨਾਂ ਨੂੰ ਮਤਲਬ ਅੱਗੇ ਬ੍ਰੇਕ ਕਰ ਸਕਦੇ ਹਾਂ ਕਿਸੇ ਹੋਰ ਯੂਨਿਟਸ ਦੇ ਵਿੱਚ। ਠੀਕ ਹੈ, ਔਰ ਇਸ ਤੋਂ ਬਾਅਦ ਡਿਸਕਸ ਕਰਦੇ ਹਾਂ ਆਪਾਂ ਰਾਜੇ ਡਰਾਈਵਡ ਯੂਨਿਟਸ। ਡਰਾਈਵਡ ਯੂਨਿਟਸ ਕੀ ਹੁੰਦੀਆਂ ਨੇਗੀਆਂ, ਉਹ ਵਾਲੀਆਂ ਫਿਜ਼ੀਕਲ ਕੁਆਂਟਿਟੀਜ਼ ਰਾਜੇ ਜਿਨ੍ਹਾਂ ਨੂੰ ਆਪਾਂ ਫੰਡਾਮੈਂਟਲ ਯੂਨਿਟਸ ਦੀ ਫਾਰਮ ਦੇ ਵਿੱਚ ਰਿਪਰੈਜ਼ੈਂਟ ਕਰਦੇ ਹਾਂ। ਜਿਵੇਂ ਐਗਜ਼ਾਮਪਲ ਦੇਖੋ ਮਾਸ, ਲੈਂਥ ਅਤੇ ਟਾਈਮ ਨੇ ਨਾ। ਠੀਕ ਹੈ, ਇਹਨਾਂ ਦੀ ਜਿਹੜੇ ਫੰਡਾਮੈਂਟਲ ਯੂਨਿਟਸ ਨੇਗੀਆਂ ਇਹਨਾਂ ਨੂੰ ਯੂਜ਼ ਕਰਕੇ ਜਿਹੜੀਆਂ ਆਪਾਂ ਯੂਨਿਟਸ ਡਰਾਈਵ ਕਰਾਂਗੇ ਦੈਟ ਇਜ਼ ਕਾਲਡ ਦਾ ਡਰਾਈਵਡ ਯੂਨਿਟਸ। ਐਗਜ਼ਾਮਪਲ ਦੇ ਨਾਲ ਸਮਝੋ ਹੁਣ ਇਸ ਚੀਜ਼ ਨੂੰ। ਜਿਵੇਂ ਦੇਖੋ ਰਾਜੇ ਸਪੀਡ ਨੂੰ ਆਪਾਂ ਕੀ ਲਿਖ ਸਕਦੇ ਹਾਂ ਵੀ ਕਿੰਨੀ ਡਿਸਟੈਂਸ ਕਵਰ ਕੀਤੀ ਹੈ ਬੋਡੀ ਨੇ ਕਿੰਨੇ ਟਾਈਮ ਦੇ ਵਿੱਚ, ਮੀਨਸ ਡਿਸਟੈਂਸ ਕਵਰਡ ਅਪੋਨ ਟਾਈਮ ਟੇਕਨ। ਠੀਕ ਹੈ, ਔਰ ਡਿਸਟੈਂਸ ਮੰਨ ਲਓ ਰਾਜੇ ਜਿੰਨੀ ਕਵਰ ਕੀਤੀ ਹੈ ਉਹਨੂੰ ਆਪਾਂ ਮੀਟਰ ਦੇ ਵਿੱਚ ਰਿਪਰੈਜ਼ੈਂਟ ਕਰ ਰਹੇ ਹਾਂ, ਔਰ ਟਾਈਮ ਨੂੰ ਸੈਕਿੰਡਸ ਦੇ ਵਿੱਚ। ਤਾਂ ਜਿਹੜੀ ਡਰਾਈਵਡ ਯੂਨਿਟ ਹੈਗੀ ਸਪੀਡ ਦੀ ਕੀ ਬਣੂਗੀ ਮੀਟਰ ਪਰ ਸੈਕਿੰਡ। ਹੁਣ ਦੇਖੋ ਜੋ ਮੀਟਰ ਹੈ ਉਹ ਲੈਂਥ ਦੀ ਯੂਨਿਟ ਕੰਸੀਡਰ ਕੀਤੀ ਹੈ ਇੱਥੇ, ਔਰ ਟਾਈਮ ਜਿਹੜੀ ਸੈਕਿੰਡ ਹੈ ਜੋ ਕਿਸੇ ਯੂਨਿਟ ਰਿਪਰੈਜ਼ੈਂਟ ਕਰ ਰਹੇ ਹਾਂ ਆਪਾਂ ਇੱਥੇ ਟਾਈਮ ਦੀ। ਤਾਂ ਸਪੀਡ ਦੀ ਜਿਹੜੀ ਡਰਾਈਵਡ ਯੂਨਿਟ ਹੈ ਇਹ ਫੰਡਾਮੈਂਟਲ ਯੂਨਿਟਸ ਨੂੰ ਯੂਜ਼ ਕਰਕੇ ਬਣੀ ਹੈ, ਦੈਟ ਇਜ਼ ਮੀਟਰ ਪਰ ਸੈਕਿੰਡ।
इस टॉपिक ਨੂੰ ਨਾ ਜ਼ਿਆਦਾ ਕਲੀਅਰ ਕਰਨ ਦੇ ਲਈ ਇੱਕ ਐਗਜ਼ਾਮਪਲ ਹੋਰ ਦੇਖ ਲਓ। ਜਿਹੜੀ ਫੋਰਸ ਹੈ ਰਾਜੇ, ਫੋਰਸ ਦਾ ਫਾਰਮੂਲਾ ਕੀ ਹੁੰਦਾ? ਮਾਸ ਇਨਟੂ ਐਕਸਲੇਸ਼ਨ, ਠੀਕ ਹੈ। ਔਰ ਮਾਸ ਦੀ ਯੂਨਿਟਸ ਕੀ ਹੋਣਗੇ? ਕਿਲੋਗ੍ਰਾਮ, ਔਰ ਐਕਸਲੇਸ਼ਨ ਦੇ ਮੀਟਰ ਪਰ ਸੈਕਿੰਡ ਸਕੁਅਰ, ਠੀਕ ਹੈ ਰਾਜੇ। ਹੁਣ ਮੀਟਰ ਪਰ ਸੈਕਿੰਡ ਸਕੁਅਰ ਐਕਸਲੇਸ਼ਨ ਦੇ ਯੂਨਿਟਸ ਕਿਵੇਂ ਬਣੇ ਉਹ ਵੀ ਦੇਖ ਲਓ। ਹੁਣ ਐਕਸਲੇਸ਼ਨ ਕਿਹਦੇ ਇਕੁਅਲ ਹੁੰਦਾ? ਵੈਲੋਸਿਟੀ ਅਪੋਨ ਟਾਈਮ ਟੇਕਨ। ਵੈਲੋਸਿਟੀ ਕਿਹਦੇ ਇਕੁਅਲ ਹੁੰਦਾ? ਡਿਸਟੈਂਸ ਡਿਸਪਲੇਸਮੈਂਟ ਅਪੋਨ ਟਾਈਮ ਟੇਕਨ। जो डिसप्लेसमेंट ਉਹਦੇ यूनिट्स की होंगे मीटर, टाइम ਦੇ सैकेंड तो मीटर पर सैकेंड किदे बन गए? वेलोसिटी ਦੇ यूनिट्स राजे, और टाइम ਦੇ की होंगे ने सैकेंड्स। तो एक्सलेशन ਦੇ यूनिट्स की बन गई मीटर पर सैकेंड स्क्वायर। सो ਹੁਣ ਇੱਥੇ यूनिट है जी फोर्स की कितनी आई है? किलोग्राम मीटर पर सैकेंड स्क्वायर। किलोग्राम ਆਪਾਂ ਨੇ ਰਾਜੇ मास यूनिट कंसीडर की ਸੀ ਇੱਥੇ। मीटर किस दी होंगी है? लेंथ दी, और सैकेंड टाइम दी। मीनस ਇਹ ਤਿੰਨੋਂ ਆਪਾਂ फंडामेंटल यूनिट्स ਨੂੰ यूज़ करके ਜਿਹੜੀ ਇੱਕ न्यू यूनिट है राजे इस फिजिकल क्वांटिटी ਦੀ ਆਪਾਂ ਡਰਾਈਵ ਕੀਤੀ ਹੈ। ਸੋ ਇਹ ਯੂਨਿਟ ਕੀ ਹੈ ਰਾਜੇ? ਕਿਲੋਗ੍ਰਾਮ ਮੀਟਰ ਪਰ ਸੈਕਿੰਡ ਸਕੁਅਰ। ਡਰਾਈਵਡ ਯੂਨਿਟ ਹੋ ਗਈ ਇਹਦੀ ਫੋਰਸ ਦੀ, ਠੀਕ ਹੈ। ਇਸ ਵੀਡੀਓ ਦੇ ਵਿੱਚ ਰਾਜੇ ਆਪਾਂ ਨੇ ਨਾ ਇੱਕ ਤਾਂ ਸਿਸਟਮ ਆਫ ਯੂਨਿਟਸ ਬਾਰੇ ਡਿਸਕਸ ਕੀਤਾ, ਔਰ ਇੱਕ ਫੰਡਾਮੈਂਟਲ ਤੇ ਡਿਰਾਈਵਡ ਯੂਨਿਟਸ ਬੇਸਿਕ ਡਿਫਰੈਂਸ ਦਾ, ਠੀਕ ਹੈ। ਇਸ ਤੋਂ ਅੱਗੇ ਵਾਲੇ ਟੌਪਿਕ ਆਪਾਂ ਨੈਕਸਟ ਵੀਡੀਓ ਦੇ ਵਿੱਚ ਸਟਾਰਟ ਕਰਾਂਗੇ। ਥੈਂਕ ਯੂ ਰਾਜੇ।